कवन गुण कह कह गामा। तू साहिब गुणी निधाना, तुमरी महिमा बरन ना सकूं। तू ठाकुर ऊच भगवाना, सतनाम श्री वाहिगुरु साहिब जी। सोरठ महला पंजवा। आगे सुख मेरे मीता, पाछे आनंद प्रभ कीता। परमेश्वर बनत बनाई, फिर डोलत कतहूँ नाही। आगे सुख मेरे मीता, पाछे आनंद प्रभ कीता। परमेश्वर बनत बनाई, फिर डोलत कतहूँ नाही। साचे साहिब स्यों मन मानिया, हर सर्ब निरंतर जानिया रहाओ। सब जी तेरे दयाला, अपने भगत करहें प्रतिपाला। अचरज तेरी वड्याई, नित नानक नाम ध्याई। अचरज तेरी वड्याई, नित नानक नाम ध्याई। वाहिगुरु जी का खालसा, वाहिगुरु जी की फतेह। सतगुरां दी मिहर बख्शिश किरपा दयालता सदका, जो गदरी बाबियां दे इतिहासक सथान गुरुद्वारा साहिब स्टॉकटन विखे ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਰੂਪ ਵਿੱਚ ਸਾਨੂੰ ਸ਼ਬਦ ਸ਼੍ਰੀ ਮੁੱਖ ਵਾਕ ਰੂਪ ਦੇ ਵਿੱਚ ਕਿਰਪਾ ਕੀਤੀ ਹੈ। ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ 629 ਅੰਗ ਤੋਂ ਆਰੰਭਤਾ ਹੁੰਦੀ ਹੈ। ਮਨ ਮਾਨਿਆ, ਸੱਚੇ ਵਾਹਿਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਇਸ ਜੀਵ ਰੂਪ ਆਤਮਾ ਦਾ ਮਨ ਮੰਨ ਗਿਆ ਹੈ। ਪਰ ਇਹ ਮਨ ਕਿਵੇਂ ਮੰਨਿਆ, ਇਹਦੀ ਵਜ੍ਹਾ, ਇਹਦਾ ਕਾਰਨ ਕੀ ਸੀ? ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ। ਹਸੰਦਿਆਂ ਖਿਲੰਦਿਆਂ ਪੈਨੰਦਿਆਂ, ਵਿੱਚੇ ਹੋਵੇ ਮੁਕਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਦਾ ਬਚਨ ਹੈ। ਸਿੱਖੀ ਮੁਸਕਰਾਹਟ ਤੋਂ ਆਰੰਭ ਹੁੰਦੀ ਹੈ, ਹਾਸੇ ਤੋਂ। ਤੇ ਜਦੋਂ ਕੋਈ ਚਰਖੜੀਆਂ ਤੇ ਚੜ੍ਹਿਆ ਜਾਂ ਆਰਿਆਂ ਦੇ ਥੱਲੇ ਵੀ ਬੈਠਿਆ, ਖੋਪਰੀਆਂ ਵੀ ਲੋਹਾਈਆਂ, ਜਾਂ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ, ਜਦੋਂ ਉਹ ਵੀ ਫਾਂਸੀ ਤੇ ਚੜ੍ਹਨ ਲੱਗੇ, ਫਾਂਸੀ ਦੀ ਜਦੋਂ ਗੱਲ ਉਹਨਾਂ ਦੇ ਕੰਨਾਂ ਦੇ ਵਿੱਚ ਪਈ ਤੇ ਉਹ ਖੁਸ਼ੀ ਦੇ ਨਾਲ ਝੂਮ ਉੱਠੇ, ਜਦੋਂ ਕਿ ਮੌਤ ਦਾ ਨਾਮ ਸੁਣ ਕੇ ਵੱਡੇ ਵੱਡੇ ਲੋਕ ਕੰਬ ਉੱਠਦੇ ਨੇ। ਆਹ ਫਿਲਮੀ ਐਕਟਰ ਤੁਸੀਂ ਵੇਖੋ ਮੂਵੀਆਂ ਦੇ ਵਿੱਚ ਕਿਸ ਤਰ੍ਹਾਂ ਉਹ ਬੜਕਾ ਮਾਰਦੇ। ਹਕੀਕਤ ਵਿੱਚ ਤੁਸੀਂ ਜਦੋਂ ਦੇਖਿਆ ਹੋਏਗਾ ਕਿ ਇੱਕ ਫਿਲਮ ਸਟਾਰ ਜਿਹਦਾ ਨਾਮ ਸੰਜੇ ਦੱਤ, ਜਦੋਂ ਟਾਂਡਾ ਅਦਾਲਤ ਨੇ ਉਹਦੇ ਵਿਰੁੱਧ ਕੇਸ ਦਰਜ ਕੀਤਾ ਨਾ, ਕੇਸ ਦਰਜ, ਉਹਦੇ ਘਰ ਵਿੱਚੋਂ ਅਸਲਾ ਨਿਕਲਿਆ ਤੇ ਉਹਨੂੰ ਸਿਰਫ ਤੇ ਸਿਰਫ ਸਜ਼ਾ 6 ਮਹੀਨਿਆਂ ਦੀ ਜਾਂ ਪਤਾ ਨਹੀਂ ਸਾਲ ਦੀ ਸੁਣਾਈ ਸੀ। ਜਿਹੜੇ ਕਹਿੰਦੇ ਨੇ ਵੀ ਐਦਾਂ ਉਹ ਸਲਾਖਾਂ ਤੋੜ ਦਿੰਦਾ, ਮੂਵੀਆਂ ਵਿੱਚ ਐਦਾਂ ਸਲਾਖਾਂ ਤੋੜ ਦਿੰਦਾ, ਵੀ ਬੜਾ ਤਕੜਾ ਉਹ। ਤੇ ਜਦੋਂ ਅਦਾਲਤ ਨੇ 6 ਮਹੀਨਿਆਂ ਦੀ ਸਜ਼ਾ ਸੁਣਾਈ ਤੇ ਉਹ ਐਕਟਰ ਅਦਾਲਤ ਦੇ ਵਿੱਚ ਥਰ ਥਰ ਕੰਬਦਾ ਸੀ। ਸਿਰਫ ਸਜ਼ਾ ਹੀ ਸੁਣਾਈ ਸੀ, ਜੇ ਫਾਂਸੀ ਸੁਣਾ ਦਿੰਦੇ ਹੋ ਸਕਦਾ ਡਿੱਗ ਹੀ ਪੈਂਦਾ। ਪਰ ਜਦੋਂ ਇਹਨਾਂ ਦੋਵਾਂ ਯੋਧਿਆਂ ਨੂੰ
ਸਜ਼ਾ ਸੁਣਾਈ ਗਈ ਮੌਤ ਦੀ ਤੇ ਇਹ ਝੂਮ ਉੱਠੇ। ਇਹਨਾਂ ਨੇ ਲੱਡੂ ਵੰਡੇ ਪੂਰੀ ਜੇਲ੍ਹ ਵਿੱਚ ਖੁਸ਼ੀ ਦੇ ਨਾਲ। ਸਵਾਲ ਹੋਇਆ ਵੀ ਮੌਤ ਦੀ ਤੁਹਾਨੂੰ ਸਜ਼ਾ ਸੁਣਾਈ ਜਾ ਰਹੀ ਹੈ, ਫਾਂਸੀ ਤੇ ਤੁਹਾਨੂੰ ਚੰਦ ਮਿੰਟਾਂ ਦੇ ਵਿੱਚ ਲਟਕਾ ਦੇਣਾ ਹੈ, ਤਾਂ ਦੋਵੇਂ ਯੋਧੇ ਕਹਿੰਦੇ ਸਿੱਖੀ ਤਾਂ ਹਾਸਿਆਂ ਤੋਂ ਸ਼ੁਰੂ ਹੁੰਦੀ ਹੈ, ਤੇ ਜਦੋਂ ਮੌਤ ਦਾ ਫੰਦਾ ਗਲ ਵਿੱਚ ਪਿਆ ਤੇ ਉਦੋਂ ਵੀ ਉਹ ਹਾਸੀ ਰਹੇ ਨੇ, ਉਦੋਂ ਵੀ ਉਹ ਖੁਸ਼ੀ ਨੇ। ਇਹ ਫਰਕ ਹੈ ਜਿਹੜੇ ਨਕਲੀ ਹੀਰੋ ਨੇ ਤੇ ਅਸਲੀ ਹੀਰੋਆਂ ਦੇ ਵਿੱਚ, ਦੋਵਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਇਹ ਕੋਈ 100 ਸਾਲ ਦੀ ਪੁਰਾਣੀ ਗੱਲ ਨਹੀਂ, ਇਹ 92-93 ਦੀ ਗੱਲ ਹੈ, ਬਹੁਤਾ ਲੰਮਾ ਸਮਾਂ ਨਹੀਂ। ਪ੍ਰੈਕਟੀਕਲ ਰੂਪ ਦੇ ਵਿੱਚ ਆਪਾਂ ਦੇਖਿਆ। ਖੈਰ, ਜਿਹੜੀ ਬੇਨਤੀ ਕਰ ਰਿਹਾ ਸਾਂ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਤਿਗੁਰ ਭੇਟਿਆ। ਭੇਟਿਆਂ ਦੇ ਅਰਥ ਨੇ ਮਿਲਾਪ ਹੋਣਾ। ਜਦੋਂ ਪੂਰੇ ਗੁਰੂ ਦਾ ਮਿਲਾਪ ਹੁੰਦਾ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਕਿਉਂਕਿ ਆਪਾਂ ਜੋਤ ਨੂੰ ਮੰਨਣਾ ਹੈ ਤੇ ਜੁਗਤ ਵਿੱਚ ਚੱਲਣਾ ਹੈ। ਜੋਤ ਕਿਹੜੀ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼। ਜਿਸ ਤਰ੍ਹਾਂ ਅੱਖਾਂ ਦੇ ਨਾਲ ਆਪਾਂ ਵੇਖਦੇ ਹਾਂ ਤੇ ਪੈਰਾਂ ਦੇ ਨਾਲ ਆਪਾਂ ਚੱਲਦੇ ਹਾਂ, ਤੋ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦੀਦਾਰ ਤੋਂ ਭਾਵ ਕੀ ਹੈ? ਇਹ ਜਿਹੜਾ ਪਾਠ ਆਪਾਂ ਕਰ ਰਹੇ ਹਾਂ, ਜਿਹੜੀ ਬਾਣੀ ਆਪਾਂ ਪੜ੍ਹਦੇ ਹਾਂ, ਦੀਦਾਰ ਤੋਂ ਮੁਰਾਦ ਇਹਨੂੰ ਜਦੋਂ ਤੂੰ ਸਮਝ ਲੇਗਾ ਉਦੋਂ ਤੇਰੇ ਮੁਖ ਚੋਂ ਆਪਣੇ ਆਪ ਵਾਹਿਗੁਰੂ ਨਿਕਲੂ। ਤੈਨੂੰ ਧੱਕੇ ਨਾਲ ਨਹੀਂ ਕਹਿਣ ਦੀ ਲੋੜ ਵੀ ਤੂੰ ਹੁਣ ਜਪ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਤੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਸਿੱਖ ਦਾ ਜੀਵਨ। ਭਾਵ ਉਹ ਜ਼ਿੰਦਗੀ ਜਿਉਂਦਿਆਂ ਹੋਇਆਂ ਆਪਣੇ ਪਰਿਵਾਰ ਵਿੱਚ ਰਹਿੰਦਿਆਂ, ਸਮਾਜ ਵਿੱਚ ਵਿਚਰਦਿਆਂ, ਉਹ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ, ਰਹਿੰਦੇ ਨੇ ਪਰਿਵਾਰ ਵਿੱਚ, ਰਹਿੰਦੇ ਨੇ ਸੰਸਾਰ ਵਿੱਚ। ਪਰ ਕਦੋਂ ਸਾਚੇ ਸਾਹਿਬ ਸਿਉ ਮਨ ਮਾਨਿਆ। ਅੰਮ੍ਰਿਤ ਵੇਲੇ ਦਾ ਬਚਨ। ਜਦੋਂ ਸੱਚੇ ਵਾਹਿਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਮਨ ਮੰਨ ਗਿਆ। ਮਨ ਮੰਨੇ ਦੇ ਅਰਥ ਕੀ ਨੇ? ਮੰਨੇ ਕੀ ਗਤ ਕਹੀ ਨਾ ਜਾਏ। ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਜਿਹੜਾ ਮਾਲਕ ਦੀ, ਰੱਬ ਦੀ, ਪਰਮਾਤਮਾ ਦੀ ਗੱਲ ਮੰਨ ਲਵੇ। ਗਤ ਦੇ ਅਰਥ ਨੇ ਆਤਮਿਕ ਅਵਸਥਾ। ਉਹਦੀ ਆਤਮਿਕ ਅਵਸਥਾ ਨੂੰ ਕਿਸੇ ਤੱਕੜੀ ਵਿੱਚ, ਕਿਸੇ ਤਰਾਜੂ ਵਿੱਚ, ਕਿਸੇ ਵਸਤੂ ਦੇ ਵਿੱਚ ਪਾ ਕੇ ਤੋਲ ਕੇ ਨਾਪਿਆ ਨਹੀਂ ਜਾ ਸਕਦਾ, ਜਾਂ ਗਿਣਤੀ ਕਰਕੇ ਵੀ ਇਹਦੀ ਅਵਸਥਾ ਇੰਨੀ ਵੱਡੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜੇ ਕੋਈ ਦਾਵਾ ਕਰੇ ਕਿ ਇਹਦੀ ਅਵਸਥਾ ਦੀ, ਇਹਨੂੰ ਮੰਨਣ ਵਾਲੇ ਦੀ ਮੈਂ ਅਵਸਥਾ ਬਿਆਨ ਕਰਦੇ ਹਾਂ, ਜਦੋਂ ਉੱਥੇ ਤੱਕ ਪਹੁੰਚ ਨਾ ਹੋਈ ਤੇ ਉਹਨੂੰ ਫਿਰ ਪਛਤਾਵਾ ਹੋਣਾ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਨਿਰੰਤਰ ਤੋਂ ਭਾਵ ਸਾਰੀ ਕਾਇਨਾਤ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 9 ਖੰਡ ਪ੍ਰਿਥਵੀ ਦਾ ਭ੍ਰਮਣ ਕੀਤਾ ਤੇ 9 ਖੰਡ ਪ੍ਰਿਥਵੀ ਦਾ ਭ੍ਰਮਣ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸੱਚ ਦਾ ਉਪਦੇਸ਼ ਦਿੱਤਾ। ਸਤਿਗੁਰੂ ਜੀ ਜੋਗੀਆਂ ਨੂੰ ਮਿਲੇ, ਸਿੱਧਾਂ ਨੂੰ ਮਿਲੇ, ਚੋਰਾਂ ਡਾਕੂਆਂ ਦੇ ਕੋਲ ਸਤਿਗੁਰੂ ਜੀ ਗਏ। ਆਪਾਂ ਨੂੰ ਪਤਾ ਹੋਵੇ ਨਾ ਵੀ ਇਹ ਚੋਰ ਹੈ, ਡਾਕੂ ਹੈ, ਠੱਗ ਹੈ, ਆਪਾਂ ਤੇ ਉਹਨਾਂ ਕੋਲ ਕੀ ਜਾਣਾ। ਆਪਾਂ ਆਪਣੇ ਨਿਆਣਿਆਂ ਨੂੰ ਵੀ ਕਹਿੰਦੇ ਇਹਦੀ ਸੰਗਤ ਤੋਂ ਦੂਰ ਰਹੋ। ਪਰ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਦੂਰ ਰਹਿੰਦੇ ਤਾਂ ਫਿਰ ਇਹਨਾਂ ਨੂੰ ਕੌਣ ਸਮਝਾਉਂਦਾ, ਇਹਨਾਂ ਨੂੰ ਕੌਣ ਉਪਦੇਸ਼ ਦਿੰਦਾ। ਇਸੇ ਲਈ ਸਤਿਗੁਰੂ ਜੀ ਕਹਿੰਦੇ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭੂਲੇ ਸਿੱਖ ਗੁਰੂ ਸਮਝਾਏ। ਜਿਹੜੇ ਗੁਰੂ ਦੀ ਸਿੱਖਿਆ ਤੋਂ ਜੀਵਨ ਦੇ ਵਿੱਚੋਂ ਇੱਕ ਪਾਸੇ ਹੋ ਗਏ ਸਨ, ਉਹਨਾਂ ਨੂੰ ਵੀ ਮੇਰੇ ਗੁਰੂ ਨੇ ਸਮਝਾਇਆ। ਕਿਉਂਕਿ 2 ਚੀਜ਼ਾਂ ਨੇ। ਜਿਹੜਾ ਚੋਰ ਹੈ ਨਾ, ਉਹ
ਪੌੜੀਆਂ ਜੀਵਨ ਦੀਆਂ ਉਤਰਦਾ ਪਿਆ ਹੈ, ਜਿਹੜਾ ਕੋਈ ਗੁਰਮੁਖ ਸੰਤ ਮਹਾਂਪੁਰਸ਼ ਹੈ ਉਹ ਜੀਵਨ ਦੀਆਂ ਪੌੜੀਆਂ ਚੜ੍ਹਦਾ ਪਿਆ ਹੈ। ਫਰਕ ਇੰਨਾ ਹੀ ਹੈ। ਤੁਰ ਦੋਵੇਂ ਹੀ ਰਹੇ ਨੇ, ਇਹ ਨਹੀਂ ਵੀ ਕੋਈ ਨਹੀਂ ਤੁਰ ਰਿਹਾ, ਪਰ ਦੋਵਾਂ ਦੇ ਤੁਰਨ ਦੇ ਵਿੱਚ ਫਰਕ ਕੀ ਹੈ? ਕਿਉਂਕਿ ਖੜਾ ਤੇ ਪਾਣੀ ਵੀ ਗੰਦਾ ਹੋ ਜਾਂਦਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਜੀਵਨ ਦੇ ਵਿੱਚ ਖਲੋ ਗਿਆ ਤਾਂ ਫਿਰ ਤੇਰੇ ਜੀਵਨ ਵਿੱਚੋਂ ਕੋਈ ਗੁਣਾਂ ਦੀ ਸੁਗੰਧ ਹੀ ਨਹੀਂ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖਿਆ, ਚੱਲ ਸੱਜਣ ਠੱਗ ਵੀ ਰਿਹਾ, ਚੱਲ ਕੌਡਾ ਰਾਖਸ਼ ਵੀ ਰਿਹਾ, ਭੂਮੀਆਂ ਚੋਰ ਵੀ ਰਿਹਾ ਹੈ, ਪਰ ਦਰਅਸਲ ਇਹ ਪੌੜੀਆਂ ਜੀਵਨ ਦੀਆਂ ਚੜ੍ਹਨ ਦੀ ਬਜਾਏ ਇਹ ਜੀਵਨ ਦੀਆਂ ਪੌੜੀਆਂ ਉਤਰ ਰਹੇ ਸਨ। ਬਸ ਮੇਰੇ ਸਤਿਗੁਰਾਂ ਨੇ ਉਹਨਾਂ ਦੀ ਨੁਹਾਰ ਹੀ ਬਦਲੀ ਹੈ। ਤੋ ਸਤਿਗੁਰੂ ਜੀ ਕਹਿੰਦੇ ਸਾਚੇ ਸਾਹਿਬ ਸਿਉਂ, ਸਿਉਂ ਦੇ ਅਰਥ ਨੇ ਨਾਲ, ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਲ ਜਦੋਂ ਇਸ ਜੀਵ ਰੂਪ ਇਸਤਰੀ ਦਾ ਮਨ ਮੰਨ ਗਿਆ, ਭਰੋਸਾ ਬੱਝ ਗਿਆ, ਹਰ ਸਰਬ ਨਿਰੰਤਰ ਜਾਣਿਆ, ਸਾਰੀ ਕਾਇਨਾਤ ਦੇ ਵਿੱਚ ਮਾਲਕ ਨੂੰ ਉਹ ਜਾਣ ਲੈਂਦਾ ਹੈ। ਆਰੰਭ ਵਿੱਚ ਅਰਜ਼ ਕੀਤੀ ਵੀ ਸਿੱਖੀ ਤਾਂ ਸ਼ੁਰੂ ਹੀ ਹਾਸੇ ਤੋਂ ਹੋਈ, ਦੌਲਤਾਂ ਦਾਈ ਹੈ ਜਿਹੜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤਾਂ ਉਹਨੇ ਆਖਿਆ ਮੇਰੇ ਹੱਥਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬਾਲਕਾਂ ਦੇ ਜਨਮ ਹੋ ਚੁੱਕੇ ਨੇ। ਘਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੋਵੇ, ਰੋਏ ਨਾ ਤਾਂ ਦਾਈ ਉਹਦੇ ਪੇਟ ਨੂੰ ਹਲਕਾ ਹਲਕਾ ਥਾਪੜਦੀ ਹੈ ਤਾਂ ਕਿ ਇਹ ਚੀਖੇ ਤੇ ਰੋਵੇ। ਉਹਦੇ ਰੋਣ ਦੀ ਜਿਹੜੀ ਆਵਾਜ਼ ਹੈ ਉਹ ਸੁਣਦਿਆਂ ਹੀ ਸਾਰਾ ਪਰਿਵਾਰ ਖੁਸ਼ ਹੁੰਦਾ ਹੈ ਕਿ ਬੱਚਾ ਠੀਕ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਥਾਪਣ ਦੀ ਲੋੜ ਨਹੀਂ, ਕੋਈ ਰਵਾਉਣ ਦੀ ਲੋੜ ਨਹੀਂ ਪਈ। ਤੇ ਜਿਉਂ ਹੀ ਉਹਨਾਂ ਦਾ ਜਨਮ, ਉਹਨਾਂ ਦਾ ਪ੍ਰਕਾਸ਼ ਹੁੰਦਾ, ਸਤਿਗੁਰ ਨਾਨਕ ਪ੍ਰਗਟਿਆ। ਮਿਟੀ ਧੁੰਦ ਜਗ ਚਾਨਣ ਹੋਵਾ, ਜਿਉਂ ਹੀ ਉਹਨਾਂ ਦਾ ਪ੍ਰਕਾਸ਼ ਹੋਇਆ ਨਾ ਤਾਂ ਉਹਨਾਂ ਦਾ ਪ੍ਰਕਾਸ਼ ਹੀ ਇੱਕ ਮੁਸਕਰਾਹਟ ਸੀ। ਤੇ ਦੌਲਤਾਂ ਦਾਈ ਕਹਿੰਦੀ, ਮਹਿਤਾ ਕਾਲੂ ਕਹਿੰਦਾ ਕਿ ਤੂੰ ਕਹਿੰਦੀ ਸੀ ਜੋ ਚਾਹਵੇਂ ਉਹ ਅਸੀਂ ਤੈਨੂੰ ਦੇ ਦਿਆਂਗੇ। ਦੌਲਤਾਂ ਦਾਈ ਕਹਿਣ ਲੱਗੀ, ਮੈਂ ਕਈ ਦਫਾ ਸੋਚਦੀ ਸਾਂ ਕਿ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਦੌਲਤਾਂ ਰੱਖਿਆ ਹੈ, ਮੈਂ ਤਾਂ ਸਾਰੀ ਜ਼ਿੰਦਗੀ ਗਰੀਬ ਪੁਣੇ 'ਚ ਹੀ ਕੱਢ ਦਿੱਤੀ। ਹਮੇਸ਼ਾ ਆਪਣੇ ਮਾਂ ਪਿਓ ਨੂੰ ਮਨ ਹੀ ਮਨ ਵਿੱਚ ਤਾਨੇ ਮਾਰਦੀ ਸਾਂ ਕਿ ਮੇਰਾ ਨਾਮ ਜੇ ਦੌਲਤਾਂ ਰੱਖਿਆ, ਦੌਲਤ ਤਾਂ ਮੇਰੇ ਕੋਲ ਹੈ ਕੋਈ ਨਹੀਂ, ਪਰ ਮੈਨੂੰ ਅੱਜ ਪਤਾ ਲੱਗਿਆ ਵੀ ਜੋ ਮੇਰੇ ਮਾਂ ਪਿਓ ਨੇ ਮੇਰਾ ਨਾਮ ਦੌਲਤਾਂ ਰੱਖਿਆ ਉਹ ਬਿਲਕੁਲ ਸਹੀ ਰੱਖਿਆ ਸੀ। ਦੱਸ ਤੈਨੂੰ ਕੀ ਚਾਹੀਦਾ? ਮਹਿਤਾ ਕਾਲੂ ਜੀ ਕਹਿੰਦੇ। ਅੱਗੋਂ ਦੌਲਤਾਂ ਦਾਈ ਕਹਿਣ ਲੱਗੀ, ਨਹੀਂ ਮੈਨੂੰ ਕੁਝ ਨਹੀਂ ਚਾਹੀਦਾ। ਅੱਜ ਤੱਕ ਲੋਕਾਂ ਨੇ ਬੇਅੰਤ ਮੈਨੂੰ ਬਾਹਰਲੀ ਤੌਰ ਤੇ ਦੌਲਤ ਦਿੱਤੀ, ਪਰ ਅੱਜ ਜਿਹੜੀ ਦੌਲਤ ਮੈਨੂੰ ਮਿਲ ਗਈ ਹੈ, ਹੁਣ ਮੈਂ ਸਦੀਵੀ ਕਾਲ ਰੱਜ ਗਈ ਹਾਂ, ਮੈਨੂੰ ਦੁਬਾਰਾ ਹੁਣ ਕੁਝ ਮੰਗਣ ਦੀ ਲੋੜ ਨਹੀਂ, ਮੈਂ ਆਤਮਿਕ ਤੌਰ ਤੇ ਤ੍ਰਿਪਤ ਹੋ ਗਈ ਹਾਂ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਇੱਕ ਮੁਸਕਰਾਹਟ ਤੋਂ। ਮੇਰੇ ਕਹਿਣ ਤੋਂ ਭਾਵ ਸਿੱਖੀ ਹਾਸੇ ਤੋਂ ਸ਼ੁਰੂ ਹੋਈ ਹੈ। ਅੱਜ ਜੇ ਭਲਾ ਕੋਈ ਉਂਝ ਹੱਸ ਪਵੇ ਤਾਂ ਕਿਉਂਕਿ ਹਾਸੇ ਵਿੱਚ ਫਰਕ ਹੁੰਦਾ ਹੈ। ਇੱਕ ਹੁੰਦਾ ਹੈ ਕਿਸੇ ਦੀ ਬੇਇੱਜ਼ਤੀ ਵੇਖ ਕੇ ਹੱਸਣਾ, ਇੱਕ ਹੁੰਦਾ ਹੈ ਉਂਝ ਹੱਸਣਾ ਕਿਸੇ ਗੱਲਬਾਤ ਤੋਂ। ਕਥਾ ਦੇ ਵਿੱਚ ਹਾਸ ਰਸ ਵੀ ਹੈ, ਬੀਰ ਰਸ ਵੀ ਹੈ, ਵਿਰਾਗ ਰਸ ਵੀ ਹੈ, ਕਰਨਾ ਰਸ ਵੀ ਹੈ, ਕਈ ਰਸ ਨੇ। ਪਰ ਹੱਸੀ ਤਾਂ ਦ੍ਰੋਪਦੀ ਵੀ ਸੀ ਜਦੋਂ ਦੁਰਯੋਧਨ ਉਹਦੇ ਮਹਿਲਾਂ ਵਿੱਚ ਆਇਆ ਸੀ, ਪਰ ਉਹਦਾ ਹਾਸਾ ਮੈਲਾ ਸੀ ਤੇ ਉਸੇ ਹਾਸੇ ਤੋਂ ਸਾਰੀ ਮਹਾਂਭਾਰਤ ਬਣੀ। ਇੰਨਾ ਹੀ ਉਹਨੇ ਕਿਹਾ ਸੀ ਵੀ ਅੰਨੇ ਦਾ ਅੰਨਾ, ਕਿਉਂਕਿ ਰੰਗ ਇਸ ਤਰੀਕੇ ਨਾਲ ਬਖੇਰੇ ਸਨ ਕਿ ਜਿੱਥੇ ਪਾਣੀ ਸੀ ਉੱਥੇ ਜਗ੍ਹਾ ਸਾਫ਼ ਲੱਗਦੀ ਸੀ, ਜਿੱਥੇ ਸਾਫ਼ ਸੀ ਉੱਥੇ ਪਾਣੀ। ਅੰਦਰ ਮਹਿਲਾਂ ਦੇ ਵਿੱਚ ਐਂਟਰ ਕਰਦਾ, ਦੁਬਦਾ ਵਿੱਚ ਪੈ ਗਿਆ, ਉਹਨੇ ਦੇਖਿਆ ਵੀ ਜਗ੍ਹਾ ਸਾਫ਼ ਹੈ, ਪੈਰ ਰੱਖਿਆ ਪਾਣੀ ਸੀ ਤੇ ਘੜੰਮ ਦੇਣੇ ਵਿੱਚ ਡਿੱਗ ਪਿਆ। ਉੱਪਰ ਖਲੋਤੀ ਆ ਦ੍ਰੋਪਦੀ, ਖਿੜਖੜਾ ਕੇ ਹੱਸੀ। ਉਹ ਕਹਿਣ ਲੱਗੀ ਅੰਨੇ ਦਾ ਅੰਨਾ। ਜਦੋਂ ਤੁਸੀਂ ਕਿਸੇ ਦੇ ਮਾਂ ਪਿਓ ਤੱਕ ਜਾਓਗੇ ਉਹ ਕਦੀ ਬਰਦਾਸ਼ਤ ਨਹੀਂ ਕਰੇਗਾ। ਹਾਂ ਆਪਸ ਵਿੱਚ ਗੱਲ ਹੈ ਉੱਥੋਂ ਤੱਕ ਰਹੋ। ਜਦੋਂ ਇੰਨੀ ਗੱਲ ਕਹੀ, ਭਰੀ ਸਭਾ ਦੇ ਵਿੱਚ ਐਡੀ ਵੱਡੀ ਗੱਲ ਇੱਕ ਦੁਰਯੋਧਨ ਨੂੰ, ਰਾਜੇ ਨੂੰ ਕਹਿਣੀ, ਬਾਣੀ ਵਿੱਚ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿਣ ਲੱਗਾ ਠੀਕ ਹੈ, ਜਿਹੜੀ ਅੱਜ ਮੈਨੂੰ ਗੱਲ ਕਹੀ ਹੈ ਅੰਨੇ ਦਾ ਅੰਨਾ, ਤੈਨੂੰ ਇਸੇ ਸਭਾ ਦੇ ਵਿੱਚ ਮੈਂ ਇਹਦਾ ਸਬਕ ਸਿਖਾਵਾਂਗਾ। ਤੇ ਉਹਨੇ ਸਿਖਾਇਆ ਵੀ।
ਜਿਹੜੀ ਆਪਾਂ ਅਰਜ਼ ਕਰਨ ਲੱਗੇ ਸਾਂ ਕਿ ਹਾਸਾ ਕਈ ਪ੍ਰਕਾਰ ਦਾ, ਮੈਲਾ ਹਾਸਾ, ਕੋਈ ਡਿੱਗ ਪਿਆ ਉਹਨੂੰ ਚੁੱਕਣ ਦੀ ਬਜਾਏ ਹੱਸਣ ਲੱਗ ਪੈਣਾ, ਇਹ ਹਾਸਾ ਮੈਲਾ ਹੈ। ਤੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੀ ਜਿਹੜੀ ਸਿੱਖੀ ਹੈ ਹਾਸਿਆਂ ਤੋਂ ਹੀ ਸ਼ੁਰੂ ਹੋਈ। ਜੇ ਸਰਹੰਦ ਦੀਆਂ ਦੀਵਾਰਾਂ ਵਿੱਚ ਖਲੋਤੇ ਨੇ ਉੱਥੇ ਵੀ ਹੱਸ ਹੀ ਰਹੇ ਨੇ। ਹੱਸਦਾ ਇੱਕ ਭਗਤ ਵੀ ਹੈ, ਗੁਣ ਗਾਵਤ ਹਰ ਜਨ ਹੱਸਿਆ। ਰੱਬ ਦਾ ਪਿਆਰਾ ਪਰਮਾਤਮਾ ਦੇ ਗੁਣ ਗਾ ਕੇ ਹੱਸਦਾ। ਜੇ ਰੱਬ ਦਾ ਪਿਆਰਾ ਹੱਸਦਾ ਉਹ ਆਪਣੀ ਕਮਜ਼ੋਰੀ ਤੇ ਹੱਸਦਾ, ਨਾ ਕਿ ਦੂਜੀ ਤੇ ਬੰਦਾ ਦੂਜੇ ਦੀ ਕਮਜ਼ੋਰੀ ਤੇ ਹੱਸਦਾ ਤੇ ਆਪਣੇ ਔਗਣਾਂ ਨੂੰ ਛਪਾਉਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਣ ਪਰਮਾਤਮਾ ਦੀ ਬਖਸ਼ਿਸ਼ ਨੇ, ਔਗਣ ਮਨੁੱਖ ਦੀ ਕਮਜ਼ੋਰੀ, ਇਸ ਲਈ ਸਭ ਛਪਾਉਂਦੇ ਮੈਂ ਵੀ। ਪਰ ਪਾਤਸ਼ਾਹ ਜੀ ਜੋ ਕਿਰਪਾ ਕਰਦੇ ਨੇ, ਆਓ ਸਮੇਂ ਦੇ ਦਾਇਰੇ ਦੇ ਰਹਿੰਦਿਆਂ ਬੇਨਤੀ ਕਰੀਏ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਸਾਰੀ ਕਾਇਨਾਤ ਵਿੱਚ ਜਿਸ ਜੀਵ ਰੂਪ ਇਸਤਰੀ ਨੇ ਪਰਮਾਤਮਾ ਨੂੰ ਜਾਣ ਲਿਆ, ਫਿਰ ਉਹਦੇ ਜੀਵਨ ਵਿੱਚ ਤਬਦੀਲੀ ਕੀ ਆਈ। ਸੋਰਠ ਮਹੱਲਾ ਪੰਜਵਾ। ਆਗੇ ਸੁਖ ਮੇਰੇ ਮੀਤਾ, ਮੀਤਾ ਮਨ ਨੂੰ ਕਹਿੰਦੇ ਨੇ, ਮਿੱਤਰ ਨੂੰ। ਪਾਛੇ ਆਨੰਦ ਪ੍ਰਭ ਕੀਤਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਦੂਜੇ ਅਰਥ ਇਹ ਨੇ ਕਿ ਜਿਹੜਾ ਆਪਾਂ ਵਰਤਮਾਨ ਸਮੇਂ ਵਿੱਚ ਜੀਵਨ ਗੁਜ਼ਾਰ ਰਹੇ ਹਾਂ, ਜੇ ਚੰਗੇ ਤੇ ਸ਼ੁਭ ਕਰਮ ਕਰਾਂਗੇ ਹੁਣ ਵੀ ਸੁੱਖ, ਤੇ ਆਉਣ ਵਾਲੇ ਸਮੇਂ ਵਿੱਚ ਵੀ ਸੁੱਖ ਹੀ ਮਿਲੇਗਾ। ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਪਰਮੇਸ਼ਰ ਨੇ, ਵਾਹਿਗੁਰੂ ਜੀ ਨੇ ਇਹੋ ਜੀ ਬਣਤਰ ਭਾਵ ਵਿਧੀ ਬਣਾ ਦਿੱਤੀ ਹੈ ਕਿ ਜਿਹੜੀ ਆਤਮਾ, ਜਿਹੜਾ ਮਨ ਬਾਰ-ਬਾਰ ਡੋਲਦਾ ਸੀ ਪਦਾਰਥਾਂ ਕਰਕੇ, ਹੁਣ ਕਹਿੰਦੇ ਇਹ ਮਨ ਡੋਲਦਾ ਨਹੀਂ, ਕਿਉਂਕਿ ਪਰਮੇਸ਼ਰ ਨੇ ਵਿਧੀ ਇੱਦਾਂ ਦੀ ਬਣਾ ਦਿੱਤੀ। ਸੱਚੇ ਸਾਹਿਬ ਦੇ ਨਾਲ ਮਨ ਮੰਨ ਗਿਆ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਓ। ਸਭ ਜੀ ਤੇਰੇ ਦਇਆਲਾ। ਐ ਵਾਹਿਗੁਰੂ ਦਇਆ ਦੇ ਘਰ, ਦਇਆਲਾ, ਦਇਆ ਦੇ ਘਰ ਪਰਮਾਤਮਾ ਜੀਓ, ਜਿੰਨੇ ਵੀ ਜੀਵ ਨੇ ਇਹ ਸਭ ਤੇਰੇ ਨੇ, ਤੇਰੇ ਬਣਾਏ ਨੇ, ਤੇਰੇ ਪੈਦਾ ਕੀਤੇ ਨੇ। ਤੇ ਜਦੋਂ ਤੂੰ ਹੀ ਬਣਾਏ ਨੇ ਤੇ ਫਿਰ ਤੁਸੀਂ ਹੀ ਉਹਨਾਂ ਦੀ ਪ੍ਰਤਪਾਲਣਾ ਕਰਨੀ ਹੈ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਓ। ਸਭ ਜੀ ਤੇਰੇ ਦਇਆਲਾ। ਇਹ ਦਇਆ ਦੇ ਘਰ ਵਾਹਿਗੁਰੂ ਆਪਣੇ ਭਗਤ ਕਰਹਿ ਪ੍ਰਤਪਾਲਾ। ਭਗਤ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ। ਰਹੋ ਵਿਚਾਰ। ਭਗਤ ਦੇ ਅਰਥ ਇਹ ਵੀ ਨੇ, ਭੱਬਾ ਭਾਵਨਾ, ਗੱਗਾ ਗਿਆਨ, ਤੱਤਾ ਤਿਆਗ। ਜਦੋਂ ਅੰਦਰ ਭਾਵਨਾ ਬਣ ਜੇ ਤੇ ਬੰਦਾ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦਾ ਹੈ, ਤੇ ਜਦੋਂ ਜੀਵਨ ਵਿੱਚ ਗਿਆਨ ਆ ਜੇ ਉਦੋਂ ਵਿਸ਼ੇ ਵਿਕਾਰਾਂ ਦਾ, ਕਰਮ ਕਾਂਡ ਤੇ ਵਹਿਮਾਂ ਭਰਮਾਂ ਦਾ ਤਿਆਗ ਕਰ ਦਿੰਦਾ। ਉਹਨੂੰ ਕਹਿੰਦੇ ਨੇ ਭਗਤ। ਆਪਣੇ ਭਗਤ ਕਰਹਿ ਪ੍ਰਤਪਾਲਾ। ਆਪਣੇ ਭਗਤ ਜਨਾਂ ਦੀ ਤੁਸੀਂ ਪ੍ਰਤਪਾਲਨਾ ਕਰਦੇ ਹੋ। ਅਚਰਜ ਤੇਰੀ ਵਡਿਆਈ। ਹੇ ਪਰਮਾਤਮਾ ਜੀ, ਤੁਹਾਡੀ ਜਿਹੜੀ ਵਡਿਆਈ ਹੈ ਨਾ, ਉਹ ਅਚਰਜ ਹੈ, ਭਾਵ ਹੈਰਾਨ ਕਰਨ ਵਾਲੀ ਹੈ। ਤੁਸੀਂ ਆਪਣੇ ਭਗਤਾਂ ਦੀ ਪ੍ਰਤਪਾਲਨਾ ਵੀ ਕਰਦੇ ਹੋ। ਸਭ ਤੋਂ ਵੱਡੀ ਗੱਲ ਤੁਹਾਡੀ ਅਚਰਜਤਾ ਇਹੀ ਹੈ। ਨਹੀਂ ਤੇ ਜਿਸ ਬੰਦੇ ਤੇ ਤੁਹਾਨੂੰ ਭਰੋਸਾ ਯਕੀਨ ਹੁੰਦਾ ਹੈ, ਜਦੋਂ ਤੁਹਾਡੇ ਤੇ ਵਿਪਤਾ ਬਣੇ, ਪਹਿਲੀ ਗੱਲ ਉਹਨੇ ਫੋਨ ਨਹੀਂ ਚੁੱਕਣਾ। ਜਦੋਂ ਸੁਬਾਹ ਹੋਣੀ ਤੇ ਉਹਨੇ ਕਹਿਣਾ ਮੈਨੂੰ ਪਤਾ ਨਹੀਂ ਲੱਗਿਆ। ਪਰ ਇੱਥੇ ਸਤਿਗੁਰੂ ਜੀ ਕਹਿੰਦੇ ਆਪਣੇ ਭਗਤ ਕਰੇ ਪ੍ਰਤਪਾਲਾਂ। ਜੇ ਤੂੰ ਆਪਣੇ ਭਗਤ ਸਮਝਦਾ ਫਿਰ ਤੂੰ ਵਾਹਿਗੁਰੂ ਜੀ ਆਪਣੇ ਭਗਤਾਂ ਦੀ ਪ੍ਰਤਪਾਲਨਾ ਵੀ ਕਰਦੇ ਹੋ। ਬਸ ਇਹੀ ਤੇਰੀ ਵਡਿਆਈ ਹੈ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਨਿਤਾਂ ਪ੍ਰਤੀ ਹੀ ਨਾਨਕ ਨਾਮ ਧਿਆਈ। ਤੁਹਾਡੇ ਉਪਦੇਸ਼ ਨੂੰ, ਤੁਹਾਡੇ ਗਿਆਨ ਨੂੰ, ਤੁਹਾਡੀ ਬਖਸ਼ਿਸ਼ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਅੰਮ੍ਰਿਤ ਵੇਲੇ ਆਏ ਬਚਨ ਸੋਰਠ
ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।